ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਕਥਾ ਵਿਚਾਰ। ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਸਾਧ ਸੰਗਤ ਜੀ, ਇੱਕ ਸੱਚਾਈ ਹੈ, ਜੇ ਮਨੁੱਖ ਦੀ ਭਾਗ ਲੜੀ ਕਮਜ਼ੋਰ ਹੋਵੇ ਤਾਂ ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਉਹ ਗੁਰੂ ਦੀ ਸੰਗਤ ਦੇ ਵਿੱਚ ਨਹੀਂ ਆ ਸਕਦਾ, ਉਹ ਸਾਧ ਸੰਗਤ ਦਾ ਹਿੱਸਾ ਨਹੀਂ ਬਣ ਸਕਦਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ ਤੇ ਮਸਤਕ ਦੇ ਭਾਗ ਵੱਡੇ ਹੋਣ, ਫਿਰ ਸੰਸਾਰ ਦੇ ਅੰਦਰ ਮਨੁੱਖ ਕਿੰਨਾ ਵੀ ਬਿਜ਼ੀ ਹੋਵੇ, ਵਿਅਸਤ ਹੋਵੇ, ਕਿੰਨਾ ਵੀ ਮਸ਼ਰੂਫ ਹੋਵੇ, ਕਿੰਨੇ ਵੀ ਝਮੇਲੇ ਹੋਣ ਉਹਦੀ ਜ਼ਿੰਦਗੀ ਦੇ ਵਿੱਚ, ਉਹ ਭਾਵੇਂ ਗੁਰੂ ਦੇ ਦਰ ਤੋਂ ਸੈਂਕੜੇ ਮੀਲ ਦੂਰ ਰਹਿੰਦਾ ਹੋਵੇ, ਜਦੋਂ ਸਤਿਗੁਰ ਦੀ ਨਦਰ ਹੋ ਗਈ, ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ, ਉਹ ਸੰਸਾਰ ਦੇ ਪਦਾਰਥਾਂ ਵਾਲੇ ਮਾਹੌਲ ਵਿੱਚੋਂ ਆਪਣੇ ਵੱਲ ਨੂੰ ਖਿੱਚ ਲੈਂਦੇ ਹਨ। ਸੰਗਤ ਜੀ, ਭਾਗ ਲੜੀ ਕਮਜ਼ੋਰ ਹੋਵੇ ਤਾਂ ਮਾਫ਼ ਕਰਿਓ, ਕੋਲ ਰਹਿੰਦੀ ਹੋਈ ਵੀ ਸਾਧ ਸੰਗਤ ਹੈ ਜਿਹੜੀ, ਉਹ ਸਤ ਸੰਗਤ ਦਾ ਹਿੱਸਾ ਨਹੀਂ ਬਣ ਸਕਦੀ, ਚਾਹੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਕੰਧ ਵੀ ਸਾਂਝੀ ਕਿਉਂ ਨਾ ਹੋਵੇ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ। ਜੇਕਰ ਭਾਗ ਚੰਗੇ ਹਨ, ਕਈ ਮੀਲਾਂ ਤੋਂ ਚੱਲ ਕੇ ਸਾਧ ਸੰਗਤ ਪਹੁੰਚਦੀ ਹੈ ਗੁਰੂ ਘਰ ਦੇ ਦਰਸ਼ਨਾਂ ਲਈ, ਪਰ ਜੇਕਰ ਭਾਗਾਂ ਵਿੱਚ ਨਹੀਂ ਤਾਂ ਗੁਰੂ ਘਰ ਦੇ ਬਿਲਕੁਲ ਸਾਹਮਣੇ ਹੁੰਦਿਆਂ ਹੋਇਆਂ ਵੀ ਗੁਰੂ ਘਰ ਨਤਮਸਤਕ ਹੋਣ ਦਾ ਹੁਕਮ ਨਹੀਂ ਹੁੰਦਾ। ਜੇ ਮੇਰੇ ਸੱਚੇ ਪਿਤਾ ਪਰਮਾਤਮਾ ਨੇ, ਸੱਚੇ ਸਤਿਗੁਰ ਨੇ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੇ ਹੁਕਮ ਨਹੀਂ ਕੀਤਾ ਤੇ ਫਿਰ ਬੰਦੇ ਦੇ ਅੰਦਰ ਇੰਨਾ ਉਦਮ ਆ ਹੀ ਨਹੀਂ ਸਕਦਾ ਕਿ ਉਹ ਉੱਠ ਕੇ ਮੱਥਾ ਟੇਕਣ ਜੋਗਾ ਹੋ ਜਾਵੇ। ਬਹੁਤ ਲੋਕ ਹਨ ਜੋ ਗੁਰੂ ਘਰਾਂ ਦੇ ਬਹੁਤ ਨੇੜੇ ਰਹਿੰਦੇ ਹਨ, ਪਰ ਮਾਫ਼ ਕਰਿਓ, ਉਹਨਾਂ ਦੇ ਕਰਮਾਂ ਦੇ ਵਿੱਚ ਗੁਰੂ ਘਰ ਦਾ ਮੱਥਾ ਟੇਕਣਾ ਨਹੀਂ ਲਿਖਿਆ ਹੁੰਦਾ। ਉਹਨਾਂ ਦੇ ਸਰੀਰ ਅੰਦਰ ਕਦੇ ਇੰਨੀ ਤਾਕਤ ਹੀ ਨਹੀਂ ਆਈ ਕਿ ਉਹ ਗੁਰੂ ਘਰ ਦੇ ਅੱਗੇ ਨਤਮਸਤਕ ਹੋ ਜਾਣ। ਸਾਧ ਸੰਗਤ ਜੀ, ਉਹਨਾਂ ਨੂੰ ਗੁਰੂ ਘਰ ਅੰਮ੍ਰਿਤ ਵੇਲੇ ਉਠਾ ਕੇ ਮੱਥਾ ਟੇਕਣ ਦਾ ਹੁਕਮ ਨਹੀਂ ਕਰਦੇ, ਸਗੋਂ ਬਹੁਤੇ ਲੋਕਾਂ ਦੀ ਬਿਰਤੀ ਇਹ ਹੈ ਕਿ ਅੰਮ੍ਰਿਤ ਵੇਲੇ ਭਾਈ ਉਠਾ ਦਿੱਤਾ, ਮਾੜਾ ਕੀਤਾ, ਹੁਣ ਤਾਂ ਮੈਨੂੰ ਚੰਗੀ ਨੀਂਦ ਆਈ ਸੀ। ਬਹੁਤੇ ਲੋਕਾਂ ਦੀ ਜ਼ਬਾਨੀ ਤੁਸੀਂ ਆਪ ਨੇ ਸੁਣਿਆ ਹੋਣਾ, ਉਹਨਾਂ ਨੂੰ ਗੁਰਬਾਣੀ ਮਿੱਠੀ ਹੀ ਨਹੀਂ ਲੱਗਦੀ। ਕਈ ਲੋਕ ਨੇ ਅੱਜ ਦੇ ਸਮੇਂ ਦੇ ਵਿੱਚ, ਚਾਹੇ ਨਾਸਤਕ ਕਹਿ ਲਓ, ਚਾਹੇ ਆਪਣੇ ਆਪ ਨੂੰ ਵਿਗਿਆਨੀ ਕਹਾਉਂਦੇ ਹੋਣ, ਤਰਕਸ਼ੀਲ ਕਹਾਉਂਦੇ ਹੋਣ, ਉਹਨਾਂ ਨੂੰ ਗੁਰੂ ਘਰ ਦੇ ਸਪੀਕਰਾਂ ਦੇ ਨਾਲ ਵੀ ਸ਼ਿਕਾਇਤਾਂ ਨੇ। ਉਹ ਕਹਿੰਦੇ ਨੇ ਕਿ ਸਾਨੂੰ ਗੁਰੂ ਘਰ ਦੇ ਸਪੀਕਰ ਤੋਂ ਬੜੀ ਮੁਸ਼ਕਲ ਆਉਂਦੀ ਹੈ। ਇੱਥੋਂ ਤੱਕ ਲੋਕੀ ਭਾਗਹੀਣ ਹੋ ਗਏ ਨੇ। ਲੋਕੀ ਕਹਿੰਦੇ ਨੇ ਕਿ ਸਾਡੀ ਨੀਂਦ ਖਰਾਬ ਹੋ ਗਈ ਹੈ। ਸੋ ਇੱਥੋਂ ਬੜਾ ਸਪਸ਼ਟ ਸਾਫ਼ ਸੰਦੇਸ਼ ਹੈ ਕਿ ਬਿਨਾਂ ਭਾਗਾਂ ਤੋਂ ਸਤ ਸੰਗਤ ਨਹੀਂ ਮਿਲਦੀ। ਜਦੋਂ ਸਤ ਸੰਗਤ ਬਾਰੇ ਜਾਣੋਗੇ, ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ ਸੀ ਇਹਦੇ ਬਾਰੇ, ਕਿ ਸੁਰਤ ਜੁੜੀਆਂ ਭਾਵੇਂ ਦੋ ਰੂਹਾਂ ਬੈਠੀਆਂ ਹੋਣ, ਉਹ ਵੀ ਸਤ ਸੰਗਤ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ ਜੇਕਰ ਦੋ ਸਿੱਖ ਵੀ ਗੱਲਬਾਤ ਸੁਣ ਰਹੇ ਨੇ, ਗੁਰੂ ਸਾਹਿਬ ਦੀ ਨਾਲ ਉਹਨਾਂ ਦੀ ਲਿਵ ਲੱਗੀ ਹੋਈ ਹੈ, ਚਾਹੇ ਬਹੁਤੇ ਲੋਕ ਨਹੀਂ, ਬਹੁਤਾ ਲੰਮਾ ਚੌੜਾ ਇਕੱਠ ਨਹੀਂ, ਚਾਹੇ ਦੋ ਲੋਕ ਹੀ ਬੈਠੇ ਨੇ, ਤੇ ਸਮਝੋ ਇਹ ਸਤ ਸੰਗਤ ਹੈ। ਗੁਰੂ ਜੀ ਵੀ ਉਪਦੇਸ਼ ਦਿੰਦੇ ਨੇ, ਸੰਦੇਸ਼ ਦਿੰਦੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਜਿੱਥੇ 5 ਸਿੱਖ ਬੈਠ ਕੇ ਗੁਰਬਾਣੀ 'ਤੇ ਵਿਚਾਰ ਚਰਚਾ ਕਰ ਰਹੇ ਨੇ, ਗੁਰਬਾਣੀ ਦੀ ਗੱਲਬਾਤ ਕਰ ਰਹੇ ਨੇ, ਉੱਥੇ ਸਮਝੋ ਕਿ ਗੁਰੂ ਸਾਹਿਬ ਆਪ ਆ ਕੇ ਬੈਠੇ ਨੇ, ਉੱਥੇ ਗੁਰੂ ਸਾਹਿਬ ਆਪ ਵਿਰਾਜਮਾਨ ਨੇ, ਜਿੱਥੇ 5 ਸਿੱਖ ਬੈਠ ਕੇ ਵਿਚਾਰ ਗੋਸ਼ਟ ਕਰ ਰਹੇ ਨੇ। ਸੋ ਇਹ ਸਮਝੋ ਕਿ ਜਦੋਂ ਵੀ ਅਸੀਂ ਗੁਰੂ ਦੇ ਦਰ 'ਤੇ ਜਾ ਕੇ ਮੱਥਾ ਟੇਕਦੇ ਹਾਂ, ਸਾਨੂੰ ਗੁਰੂ ਸਾਹਿਬ ਨੇ ਆਪ ਹੁਕਮ ਕੀਤਾ, ਆਪ ਬੁਲਾਇਆ। ਅਸੀਂ ਵੱਡੇ ਭਾਗਾਂ ਵਾਲੇ ਹਾਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਹੁਕਮ ਦਿੱਤਾ ਹੈ, ਸਾਡੇ ਸਰੀਰ ਨੂੰ ਉਦਮ ਬਖਸ਼ਿਆ, ਤਾਕਤ ਬਖਸ਼ੀ ਹੈ ਕਿ ਅਸੀਂ ਗੁਰੂ ਦੇ ਦਰ 'ਤੇ ਜਾ ਕੇ ਨਤਮਸਤਕ ਹੋਈਏ। ਜਿੱਥੇ ਅਕਾਲ ਪੁਰਖ ਦੀ ਉਸਤਤ ਚੱਲ ਰਹੀ ਹੈ, ਜੇਕਰ ਆਪਾਂ ਉੱਥੇ ਜਾਂਦੇ ਹਾਂ ਤਾਂ ਆਪਾਂ ਵੱਡੇ ਭਾਗਾਂ ਵਾਲੇ ਹਾਂ। ਕਈ ਲੋਕ ਪੁੱਛਦੇ ਨੇ ਕਿ ਇਸ ਤਰ੍ਹਾਂ ਕੀ ਲਾਭ ਹੋਵੇਗਾ ਜਦੋਂ ਅਸੀਂ ਜਾ ਕੇ ਸਤ ਸੰਗਤ ਦੇ ਵਿੱਚ ਬੈਠਾਂਗੇ, ਜਿਹੜਾ ਕੋਈ ਮਨੁੱਖ ਨਹੀਂ ਪਹੁੰਚਦਾ ਉਸ ਦਾ ਕੀ ਨੁਕਸਾਨ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ, ਉਹਨਾਂ ਦੀ ਵਡਿਆਈ ਕੀਤੀ ਹੈ। ਜੋ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ, ਉਹਨਾਂ ਦੇ ਕਰੋੜਾਂ ਪਾਪ ਖਤਮ ਹੋ ਜਾਂਦੇ ਨੇ। ਇੱਕ ਬਹੁਤ ਪੁਰਾਣੀ ਗੱਲ ਹੈ, ਕਹਿੰਦੇ ਹੈ ਕਿ ਕੋਈ ਬਹੁਤ ਇੱਕ ਪਿੰਡ ਦਾ ਚੌਧਰੀ ਮਨੁੱਖ ਸੀ। ਉਹ ਬਹੁਤ ਜ਼ਿਆਦਾ ਮਾੜੇ ਸੁਭਾਅ ਦਾ ਸੀ, ਮਾੜੀ ਬੋਲਬਾਨੀ, ਮਾੜੀ ਜ਼ੁਬਾਨ ਸੀ ਉਸਦੀ, ਕਿਸੇ ਨਾਲ ਚੰਗੇ ਤਰੀਕੇ ਨਾਲ ਨਹੀਂ ਸੀ ਬੋਲਦਾ, ਮਾਇਆ ਦਾ ਹੰਕਾਰ ਕਰਦਾ ਸੀ। ਪੈਸਾ ਟਕਾ ਬਥੇਰਾ ਸੀ, ਪਰ ਉਸਨੂੰ ਚੰਗੇ ਪਾਸੇ ਨਹੀਂ ਸੀ ਲਾਉਂਦਾ, ਮਾੜੇ ਪਾਸੇ ਲਾਉਂਦਾ ਸੀ। ਗਰੀਬ ਗੁਰਬੇ ਤੋਂ ਕੰਮ ਕਰਾ ਕੇ ਉਹਨਾਂ ਦੇ ਪੈਸੇ ਨਹੀਂ ਸੀ ਦਿੰਦਾ, ਪੁੱਠਿਆਂ ਮਾੜਿਆਂ ਸ਼ੌਂਕਾਂ 'ਤੇ ਪੈਸਾ ਉਜਾੜਦਾ ਸੀ, ਅਤੇ ਲੋਕੀ ਤਰਾਹ ਕਰਦੇ ਸਨ, ਬੜੇ ਪਰੇਸ਼ਾਨ ਸਨ ਉਸ ਮਨੁੱਖ ਤੋਂ। ਕਹਿੰਦੇ ਨੇ ਕਿ ਜਦੋਂ ਉਸਨੇ ਆਪਦੇ ਸਵਾਸਾਂ ਦੀ ਪੂੰਜੀ ਉਸਦੀ ਖਤਮ ਹੋਈ ਅਤੇ ਉਸਦਾ
ਲੇਖਾ ਜੋਖਾ ਹੋਣਾ ਸੀ ਕਿ ਉਸਨੇ ਸੱਚਖੰਡ ਜਾਣਾ ਹੈ, ਕਿ ਉਸ ਨੂੰ ਨਰਕ ਮਿਲਣੇ ਨੇ, ਤਾਂ ਹੁਕਮ ਹੋਇਆ ਸੱਚੇ ਪਾਤਸ਼ਾਹ ਵੱਲੋਂ ਕਿ ਇਸ ਨੂੰ ਸੱਚਖੰਡ ਭੇਜ ਦਿੱਤਾ ਜਾਵੇ। ਅਤੇ ਜਿਹੜੇ ਉੱਥੇ ਸੇਵਾਦਾਰ ਸੇਵਕ ਸਨ ਉਹ ਕਹਿੰਦੇ ਕਿ ਇਹ ਤਾਂ ਬੜਾ ਮਾੜਾ ਮਨੁੱਖ ਹੈ, ਤੁਸੀਂ ਇਹ ਕਿਸ ਤਰ੍ਹਾਂ ਫੈਸਲਾ ਲਿਆ ਹੈ, ਇਹ ਤਾਂ ਨਰਕਾਂ ਤੋਂ ਵੀ ਕੋਈ ਮਾੜੀ ਜਗ੍ਹਾ ਹੋਵੇ ਅਤੇ ਉੱਥੇ ਸੁੱਟਣਾ ਚਾਹੀਦਾ, ਇੰਨਾ ਮਾੜਾ ਮਨੁੱਖ ਹੈ। ਅਤੇ ਕਹਿੰਦੇ ਕਿ ਇਹ ਕਿਸੇ ਦਿਨ ਭਾਈ ਗੁਰੂ ਘਰ ਦੇ ਨੇੜਿਓਂ ਲੰਘ ਰਿਹਾ ਸੀ, ਉੱਥੇ ਸਾਧ ਸੰਗਤ ਦੀ ਜਿਹੜੀ ਸਤ ਸੰਗਤ ਦੀ ਚਰਨਾਂ ਦੀ ਧੂੜ ਸੀ ਇਹਦੇ ਕਿਤੇ ਮੱਥੇ ਨੂੰ ਲੱਗ ਗਈ, ਇਹਦੇ ਸਾਰੇ ਪਾਪ ਧੋਤੇ ਗਏ। ਇਹ ਕਹਾਣੀ ਆਪਾਂ ਨਹੀਂ ਇਸ 'ਤੇ ਵਿਚਾਰ ਕਰਦੇ ਕਿ ਕਿਵੇਂ ਹੈ, ਕੁਛ ਲੋਕ ਕਹਿਣਗੇ ਸੱਚੀ ਹੈ, ਕੁਛ ਕਹਿਣਗੇ ਮਨ ਘੜਤ ਹੈ, ਆਪਾਂ ਇਸ 'ਤੇ ਗੱਲ ਨਹੀਂ ਕਰਦੇ। ਪਰ ਆਪਾਂ ਇੰਨਾ ਜ਼ਰੂਰ ਮੰਨਾਂਗੇ, ਇੰਨਾ ਜ਼ਰੂਰ ਕਹਾਂਗੇ ਕਿ ਜਿਹੜਾ ਮਨੁੱਖ ਸਤ ਸੰਗਤ ਦੇ ਵਿੱਚ ਜਾ ਕੇ ਬੈਠਦਾ ਹੈ ਉਸ 'ਤੇ ਕਰੋੜਾਂ ਸੰਕਟ ਖਤਮ ਹੋ ਜਾਂਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਜੇ ਤੁਸੀਂ ਆਪਣੀ ਸੁਰਤ ਉਸ ਪਾਸੇ ਰੱਖੋ, ਉਸ ਵੇਲੇ ਜਦੋਂ ਜੋ ਗੱਲਬਾਤ ਚੱਲ ਰਹੀ ਹੈ ਉਸਨੂੰ ਉਸ ਸਮੇਂ ਵਿੱਚ ਆਪਣੇ ਆਪ ਨੂੰ ਉਸ ਗੱਲਬਾਤ ਦੇ ਵਿੱਚ ਲੀਨ ਕਰ ਲਵੋ, ਤਨ ਮਨ ਧਨ ਉਸੇ ਪਾਸੇ ਸਮਰਪਿਤ ਕਰ ਦਿਓ, ਆਪਣੀ ਸੁਰਤ ਉਸ ਪਾਸੇ ਰੱਖੋ, ਖੁਦ ਅਨੁਭਵ ਹੋਵੇਗਾ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਪਵਿੱਤਰ ਉਪਦੇਸ਼ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਆਪਾਂ ਪੜ੍ਹਦੇ ਹਾਂ ਵੀ ਦੁਨੀਆ 'ਤੇ ਐਸਾ ਕੋਈ ਵੀ ਤੀਰਥ ਨਹੀਂ ਜਿੱਥੇ ਆਪਾਂ ਇਸ਼ਨਾਨ ਕਰਕੇ ਜਾਂ ਦਾਨ ਕਰਕੇ ਆਪਾਂ ਪਾਪਾਂ ਤੋਂ ਮੁਕਤ ਹੋ ਜਾਈਏ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਉਪਦੇਸ਼ ਦਿੰਦੀ ਹੈ, ਆਪਾਂ ਇਸ ਭੁਲੇਖੇ ਦੇ ਵਿੱਚ ਨਾ ਰਹੀਏ ਕਿ ਇਕੱਲੇ ਇਸ਼ਨਾਨ ਕਰਕੇ ਲੱਖਾਂ ਜਿਹੜੇ ਪਾਪ ਨੇ ਉਤਰ ਜਾਣਗੇ, ਲੱਥ ਜਾਣਗੇ। ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਸਤ ਸੰਗਤ ਦੇ ਵਿੱਚ ਬੈਠੀਏ। ਸਤਿਗੁਰ ਜੀ ਕਹਿੰਦੇ ਹਨ ਕਿ ਸਤ ਸੰਗਤ ਤੇਰੇ ਦੁੱਖ ਹਰ ਲਵੇਗਾ, ਤੇਰੇ ਦੁੱਖ ਕੱਟ ਲਵੇਗਾ, ਦੂਰ ਕਰ ਦੇਵੇਗਾ। ਕਿਸੇ ਨੇ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਿ ਮਹਾਰਾਜ ਜੀ ਸਤ ਸੰਗਤ ਕਿਹੜੇ ਲੋਕਾਂ ਨੂੰ ਪ੍ਰਾਪਤ ਹੁੰਦੀ ਹੈ? ਤਾਂ ਵਾਹਿਗੁਰੂ ਸੱਚੇ ਪਿਤਾ ਅੱਗੋਂ ਕਹਿੰਦੇ ਨੇ ਕਿ ਜਿਸ ਦੇ ਮਸਤਕ, ਜਿਸ ਦੇ ਭਾਗ ਵੱਡੇ ਹੁੰਦੇ ਹਨ ਉਹ ਸਤ ਸੰਗਤ ਵਿੱਚ ਆਉਂਦੇ ਹਨ। ਉਹੀ ਗੁਰੂ ਦੀ ਸ਼ਰਨ ਵਿੱਚ ਆ ਸਕਦਾ ਹੈ ਜੋ ਵੱਡੇ ਭਾਗਾਂ ਵਾਲਾ, ਜੋ ਵਡਭਾਗੀ ਹੈ, ਜਿਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੁਦ ਆਵਾਜ਼ ਮਾਰੀ ਹੈ।